अस्सलाम वालेकुम ख़वातीनो हज़रात। इंतहाई अफसोसनाक खबर से आपको आगाह किया जाता है। नामवर अदीब, शायर, मुहक्किक अहमद सलीम जो गुज़श्ता शब इस्लामाबाद में इंतकाल कर गए थे। इन्ना लिल्लाहि व इन्ना इलैहि राजिऊन। आज 11 दिसंबर बरोज़ पीर को इनकी नमाज जनाजा मैनीसाब कब्रिस्तान की मरकज़ी जनाजगाह में अदा कर दी गई। नमाज जनाजा में इल्मी और अदबी शख्सियात की कसीर तादाद ने शिरकत की। अहमद सलीम का असल नाम मोहम्मद सलीम ख्वाजा था। वो 26 जनवरी 1945 को ज़िला गुजरात के गांव मियाना गोंदल में पैदा हुए, जो अब ज़िला मंडी बहाउद्दीन में शामिल है। आपने 100 से ज़ायद कुतुब तहरीर की। जी, अहमद सलीम साहब ਸਾਡੇ ਵਾਸਤੇ ਬਹੁਤ ਮੁਹਤਰਮ ਸਨ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਕੰਮ ਕੀਤਾ ਔਰ ਖਾਸ ਕਰਕੇ ਪੰਜਾਬੀ 'ਚ ਜਿਹੜਾ ਉਹਨਾਂ ਦਾ ਤਖਲੀਕੀ ਕੰਮ ਹੈ ਉਹ ਹਮੇਸ਼ਾ ਯਾਦ ਰੱਖਿਆ ਜਾਏਗਾ ਔਰ ਉਹਨਾਂ ਦਾ ਇਹ ਕੰਮ ਜਿਹੜਾ ਹੈ ਇਹ ਉਹਨਾਂ ਨੂੰ ਜ਼ਿੰਦਾ ਰੱਖੇਗਾ, ਕਿਉਂਕਿ ਕੋਈ ਵੀ ਲਿਖਾਰੀ ਜਿਹੜਾ ਹੈ ਉਹ ਆਪਣੇ ਕੰਮ ਤੋਂ ਜ਼ਿੰਦਾ ਰਹਿੰਦਾ ਹੈ ਔਰ ਅੱਜ ਵੀ ਕੱਲ੍ਹ ਵੀ ਅਹਿਮਦ ਸਲੀਮ ਸਾਹਿਬ ਹਮੇਸ਼ਾ ਪੰਜਾਬੀ ਅਦਬ ਦੀ ਤਾਰੀਖ 'ਚ ਜ਼ਿੰਦਾ ਰਹਿਣਗੇ। ਅਹਿਮਦ ਸਲੀਮ ਸਾਹਿਬ ਦਾ ਤਲਕ ਸਾਡੇ ਤੋਂ ਪਿਛਲੀ ਦਸਲ ਸੀ। ਉਹਨਾਂ 70 ਦੀ ਦਹਾਈ ਜਾਂ ਉਸ ਤੋਂ ਥੋੜ੍ਹਾ ਪਹਿਲਾਂ ਲਿਖਣਾ ਸ਼ੁਰੂ ਕੀਤਾ, ਪੰਜਾਬੀ ਦੇ ਮੈਦਾਨ ਵਿੱਚ ਆਏ। ਉਹ ਚੂँਕਿ ਹਰ ਮਾਮਲੇ 'ਚ ਮੁਖਲਸ ਹੁੰਦੇ ਸਨ, ਬਤੌਰ ਪੰਜਾਬੀ ਵਰਕਰ ਅਤੇ ਬਤੌਰ ਇੱਕ ਤਰੱਕੀ ਪਸੰਦ ਕਮਿਊਨਿਸਟ ਦੇ ਵੀ ਉਹਨਾਂ ਰੱਜ ਕੇ ਕੰਮ ਕੀਤਾ, ਭਰਵਾਂ ਕੰਮ ਕੀਤਾ, ਦੋ ਨੰਬਰੀ ਨਹੀਂ ਕੀਤੀ। ਕਿਤਾਬਾਂ ਲਿਖੀਆਂ ਅਤੇ ਬਹੁਤ ਸੋਹਣੀਆਂ ਲਿਖੀਆਂ, ਤਰੱਕੀ ਪਸੰਦ ਤਰੀਕ ਲਈ ਕੰਮ ਕੀਤਾ ਅਤੇ ਮਾਰਾਂ ਖਾਧੀਆਂ। ਉਹ ਸਾਡੇ ਪੰਜਾਬੀ 'ਚ ਉਹਨਾਂ 2 3 4 ਬੰਦਿਆਂ 'ਚੋਂ ਸਨ ਜਿਨ੍ਹਾਂ ਬੰਗਲਾਦੇਸ਼ ਦੇ ਕਿਆਮ ਦੀ ਹਮਾਇਤ ਕੀਤੀ ਅਤੇ ਉਹਦੇ ਲਈ ਜੇਲ੍ਹ ਵੀ ਕੱਟੀ। ਉਹਨਾਂ ਦੀ ਸਾਰੀ ਉਮਰ ਜਿਹੜੀ ਹੈ ਲਿਖਣ ਪੜ੍ਹਨ ਅਤੇ ਦੂਸਰਿਆਂ ਦੇ ਕੰਮ ਆਉਣ ਨਾਲ ਇਬਾਰਤ ਹੈ। ਕਹਾਣੀਆਂ ਲਿਖੀਆਂ ਅਤੇ ਬਹੁਤ ਸੋਹਣੀਆਂ ਲਿਖੀਆਂ, 2 ਨਾਵਲ ਲਿਖੇ, ਸ਼ਾਇਰ ਬਹੁਤ ਅੱਛੇ ਸਨ। ਨਸਰੀ ਨਜ਼ਮ ਦੇ 'ਚ ਉਹਨਾਂ ਵਰਗਾ ਸ਼ਾਇਰ ਮੈਂ ਨਹੀਂ ਵੇਖਿਆ। ਅਤੇ ਹੁਣ ਉਹ ਬਿਮਾਰੀ ਤੋਂ ਬਾਅਦ ਚਲਾਣਾ ਕਰ ਗਏ ਨੇ। ਅੱਲਾ ਉਹਨਾਂ ਨੂੰ ਕਰੀਮ ਕੇ ਰਹਿਮਤ ਕਰੇ ਅਤੇ ਉਹਨਾਂ ਦੀ ਰੂਹ ਨੂੰ ਸਕੂਨ ਦੇਵੇ। ਜ਼ਿੰਦਗੀ 'ਚ ਉਹਨਾਂ ਸਕੂਨ ਸ਼ਾਇਦ ਘੱਟ ਵੇਖੇ ਹੋਣਗੇ ਅਤੇ ਅੱਲਾ ਕਰੇ ਕਿ ਮਰਨ ਤੋਂ ਬਾਅਦ ਉਹ ਸਕੂਨ ਉਹਨਾਂ ਨੂੰ ਨਸੀਬ ਹੋ। ਜੀ, ਅਹਿਮਦ ਸਲੀਮ ਸਾਹਿਬ ਦੇ ਚਲਾਣਾ ਕਰ ਜਾਣ 'ਤੇ ਅੱਜ ਅਸੀਂ ਇੱਥੇ ਸਾਰੇ ਪੰਜਾਬੀ ਦੇ ਰਾਈਟਰ, ਖਾਸ ਤੌਰ 'ਤੇ ਉਰਦੂ ਲਿਖਣ ਵਾਲੇ ਵੀ ਇਕੱਠੇ ਹੋਏ ਨੇ। ਅਹਿਮਦ ਸਲੀਮ ਬਹੁਤ ਗੁਣੀ ਬੰਦੇ ਸਨ। ਕੋਈ ਐਸਾ ਮੌਜ਼ੂ ਨਹੀਂ ਜਿਨ੍ਹਾਂ 'ਤੇ ਉਹਨਾਂ ਨੇ ਕੰਮ ਨਾ ਕੀਤਾ ਹੋਵੇ। ਉਹ ਤਹਿਕੀਕ ਦਾ ਕੰਮ ਹੋਵੇ, ਉਹ ਤਖਲੀਕ ਦਾ ਕੰਮ ਹੋਵੇ, ਉਹ ਤਰਜਮਾਕਾਰੀ ਦਾ ਕੰਮ ਹੋਵੇ। 50 ਦੇ ਨੇੜੇ ਉਹਨਾਂ ਦੀਆਂ ਕਿਤਾਬਾਂ ਨੇ ਉਰਦੂ ਔਰ ਪੰਜਾਬੀ ਦੇ ਵਿੱਚ। ਇਹਦੇ ਨਾਲ ਸਫ਼ਰਨਾਮਾ, ਸ਼ਾਇਰੀ, ਐਸੇ ਗੁਣੀ ਬੰਦੇ ਜਿਹੜੇ ਇੱਕ ਭਰਪੂਰ ਜ਼ਿੰਦਗੀ ਗੁਜ਼ਾਰ ਕੇ ਅੱਜ ਇਸ ਦੁਨੀਆ ਤੋਂ ਟੁਰ ਗਏ ਨੇ ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ। ਔਰ ਫਿਰ ਡਰਾਮੇ ਦੇ ਵਿੱਚ ਵੀ ਉਹਨਾਂ ਨੇ ਖਾਸ ਤੌਰ 'ਤੇ ਜਾਂਗਲੂਸ ਜਦੋਂ ਚੱਲਿਆ ਅਤੇ ਇੱਕ ਬੜਾ ਇਨਕਲਾਬ ਜਿਹੜਾ ਉਹ ਆਇਆ, ਉਹਨਾਂ ਨੇ ਡਰਾਮਾ ਲਿਖਿਆ, ਬਣਾਇਆ ਸੀ ਉਸ ਨਾਵਲ ਦਾ। ਇਸ ਤੋਂ ਇਲਾਵਾ ਵੀ ਉਹਨਾਂ ਦੇ ਜਿੰਨੇ ਕੰਮ ਨੇ ਉਹ ਅਕਲੀਤਾਂ ਦੇ ਹਵਾਲੇ ਨਾਲ ਵੀ ਉਹਨਾਂ ਨੇ ਕੰਮ ਕੀਤਾ, ਹਿਊਮਨ ਐਕਟੀਵਿਟੀਜ਼ ਦੇ ਹਵਾਲੇ ਨਾਲ ਵੀ ਉਹਨਾਂ ਨੇ ਭਰਪੂਰ ਕਿਰਦਾਰ ਅਦਾ ਕੀਤਾ। ਕਰਾਚੀ ਤੋਂ ਲੱਗ ਕੇ ਇਸਲਾਮਾਬਾਦ ਤੱਕ ਉਹ ਕੰਮ ਦੇ ਸਿਲਸਿਲੇ 'ਚ ਮਸਰੂਫ ਰਹੇ ਅਤੇ ਮੈਂ ਸਮਝਦਾ ਵਾਂ ਕਿ ਖਾਸ ਤੌਰ 'ਤੇ ਪੰਜਾਬੀ ਜ਼ੁਬਾਨ ਉਹਨੂੰ ਅੱਜ ਉਹਨਾਂ ਦੇ ਜਾਣ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ। ਅੱਲਾਹ ਤਾਲਾ ਉਹਨਾਂ ਨੂੰ ਜੰਨਤ ਦੇ ਵਿੱਚ ਆਲਾ ਮਕਾਮ ਦੇ। ਬਹੁਤ ਦੇਖੋ ਜੀ, ਅਹਿਮਦ ਸਲੀਮ ਹੋਰਾਂ ਦੀ ਤਾਂ ਕੋਈ ਰਿਪਲੇਸਮੈਂਟ ਹੈ ਹੀ ਨਹੀਂ। ਗਿਣੇ ਚੁਣੇ ਉਹਨਾਂ ਆਲਮਾਂ ਅਤੇ ਉਹਨਾਂ ਖੋਜਕਾਰਾਂ ਵਿੱਚ ਹੋਏ ਸਨ ਜਿਨ੍ਹਾਂ ਨੇ ਸਾਰੀ ਹਯਾਤੀ ਰੈਜ਼ਿਸਟੈਂਸ ਦੇ ਵਿੱਚ ਲੰਘਾਈ, ਬੋਲੀ ਦੇ ਨਾਲ ਖਲੋਤੇ ਔਰ ਮਾਂ ਬੋਲੀ ਦੇ ਨਾਲ ਉਹਨਾਂ ਨੇ ਦੂਜੀਆਂ ਬੋਲੀਆਂ ਵੀ ਜਿਹੜੀਆਂ ਨੇ ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਕੰਮ ਕੀਤਾ। ਜਿਹੜਾ ਉਹਨਾਂ ਦਾ ਪੰਜਾਬੀ ਅਤੇ ਸਿੰਧੀ ਦੀ ਜੁੜਤ ਦਾ ਕੰਮ ਹੈਗਾ, ਉਹ ਇੱਕ ਬੇਮਿਸਾਲ ਕੰਮ ਹੈਗਾ। ਉਹਨੂੰ ਤੁਸੀਂ ਹਮੇਸ਼ਾ ਜਿਹੜੇ ਸਿੰਧੀ ਨੇ ਉਹਨੂੰ ਯਾਦ ਰੱਖਣਗੇ, ਜੋ ਕੰਮ ਉਹਨਾਂ ਨੇ ਕੀਤਾ। ਫਿਰ ਜਿਹੜਾ ਉਹਨਾਂ ਨੇ ਨੁਜ਼ਰਤ ਅਬਾਸ ਹੋਰਾਂ ਨਾਲ ਮਿਲ ਕੇ ਜਿਹੜਾ ਜਾਮ ਸਾਕੀ ਦੇ ਉੱਤੇ ਕੰਮ ਕੀਤਾ, ਜਾਮ ਸਾਕੀ ਦੀ ਹਯਾਤੀ ਦੇ ਉੱਤੇ ਕੰਮ ਕੀਤਾ, ਉਹ ਵੀ ਇੱਕ ਬਹੁਤ ਹੀ ਕਮਾਲ ਕੰਮ ਹੈ ਵੇ। ਅਤੇ ਜੀ ਇਹਨਾਂ ਤੋਂ ਅੱਡ ਕਮਾਲ ਇਨਸਾਨ ਸਨ। ਕਿੰਨੇ ਹਜ਼ਾਰ ਬੰਦੇ ਜਿਹੜੇ ਨੇ ਉਹਨਾਂ ਕੋਲੋਂ ਉਹਨਾਂ ਨੇ ਫੈਜ਼ ਲਿੱਤਾ। ਪਰ ਉਹਨਾਂ ਪੁਰਾਣੇ ਆਲਮਾਂ 'ਚ ਹੋਏ ਸਨ ਜਿਹੜੇ ਕਿਸੇ ਨੂੰ ਕਿਤਾਬ ਦਿੰਦੇ ਚੱਕਦੇ ਨਹੀਂ ਹੈਗੇ ਸਨ। ਅਸੀਂ ਜਿਸ ਵੇਲੇ ਕੰਮ ਕਰਨਾ ਸ਼ੁਰੂ ਕੀਤਾ ਸੀ
ਸਪੈਸ਼ਲੀ ਲਾਹੌਰ ਦੀ ਹਿਸਟਰੀ ਦਾ, ਤੇ ਸਾਨੂੰ ਤੇ ਸਾਡੇ ਪੁਰਾਣੇ ਜਿਹੜੇ ਸੀਨੀਅਰਸ ਹੈਗੇ ਸਨ ਉਹ ਕਿਤਾਬ ਦਾ ਨਾਮ ਹੀ ਨਹੀਂ ਦੱਸਦੇ ਹੁੰਦੇ ਸਨ। ਤੇ ਇਹਨਾਂ ਦੇ ਕੋਲ ਕੋਈ ਬੰਦਾ ਕਿਸੇ ਥੀਸਿਸ ਵਾਸਤੇ ਗਿਆ ਹੈ, ਕਿਸੇ ਆਰਟੀਕਲ ਵਾਸਤੇ ਗਿਆ ਹੈ, ਕਿਸੇ ਅਖਬਾਰ ਦੀ ਰਿਪੋਰਟ ਵਾਸਤੇ ਗਿਆ ਹੈ, ਤੇ ਇਹਨਾਂ ਨੇ ਟੇਰੋ ਟੇਰ ਕਿਤਾਬਾਂ ਉਹਨੂੰ ਦੇ ਦਿੱਤੀਆਂ ਨੇ, ਪਰ ਬਾਅਦ ਵਿੱਚ ਕਦੀ ਪੁੱਛਿਆ ਵੀ ਨਹੀਂ ਹੈਗਾ ਕਿ ਤੂੰ ਕਿਤਾਬਾਂ ਵਾਪਸ ਕਿਦੋਂ ਕਰਨੀਆਂ ਨੇ। ਤੇ ਜੀ ਜਿੱਥੇ ਵੀ ਰਹਿਣ ਖੁਸ਼ ਰਹਿਣ, ਸਾਡੀ ਦੁਆਵਾਂ ਉਹਨਾਂ ਦੇ ਨਾਲ ਨੇ। ਉਹਨਾਂ ਵਰਗੇ ਜੀ ਜਿਹੜੇ ਨੇ ਉਹ ਘੱਟ ਹੀ ਆਉਂਦੇ ਨੇ। ਅੱਜ ਉਸ ਮਹਾਨ ਆਤਮਾ ਵਾਸਤੇ ਅਸੀਂ ਸਾਰੇ ਇਕੱਠੇ ਹੋਏ ਹਾਂ ਜਿਨ੍ਹਾਂ ਨੇ ਇਨਸਾਨੀ ਹੱਕਾਂ 'ਤੇ ਗੱਲ ਕੀਤੀ, ਜਿਨ੍ਹਾਂ ਨੇ ਪਾਕਿਸਤਾਨ ਵਿੱਚ ਰਹਿਣ ਵਾਲੀਆਂ ਘੱਟ ਗਿਣਤੀਆਂ ਦੀ ਉਹ ਆਵਾਜ਼ ਬਣੇ, ਔਰ ਇਸ ਦੇ ਨਾਲ ਨਾਲ ਉਹਨਾਂ ਨੇ ਪੰਜਾਬੀ ਮਾਂ ਬੋਲੀ 'ਤੇ ਇੱਕ ਬਹੁਤ ਵੱਡਾ ਕੰਮ ਕੀਤਾ ਹੈ। ਦੇਖੋ ਚੜ੍ਹਦੇ ਲਹਿੰਦੇ ਪੰਜਾਬ ਵਾਲੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਗੇ ਉਹਨਾਂ ਦੀਆਂ ਲਿਖਤਾਂ ਦੀ ਵਜ੍ਹਾ ਤੋਂ, ਔਰ ਜਿਹੜਾ ਸਾਡਾ ਪੰਜਾਬ ਹੈ ਪਾਕਿਸਤਾਨੀ, ਉਹ ਇਹਨਾਂ ਦੀਆਂ ਇਨਸਾਨੀ ਹੱਕਾਂ ਦੀ ਵਜ੍ਹਾ ਤੋਂ, ਔਰ ਪਾਕਿਸਤਾਨ ਵਿੱਚ ਵਸਣ ਵਾਲੀਆਂ ਘੱਟ ਗਿਣਤੀਆਂ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਬਾਰੇ ਪੁਸਤਕਾਂ ਲਿਖੀਆਂ ਨੇ, ਕਿਤਾਬਾਂ ਲਿਖੀਆਂ ਨੇ, ਜਿਹੜੇ ਉਹਨਾਂ ਨੇ ਆਰਟੀਕਲ ਲਿਖੇ ਨੇ, ਜਿਹੜੀਆਂ ਸਾਡੀਆਂ ਹੱਕਾਂ ਦੀ ਗੱਲ ਕੀਤੀ ਹੈ, ਮੇਰਾ ਖਿਆਲ ਹੈ ਉਹ ਹमेशा ਸਾਡੇ ਦਿਲਾਂ ਵਿੱਚ ਰਹਿਣਗੇ। जी, मेरा नाम नियाज़ नदीम है। इंडस कल्चरल फोरम इस्लामाबाद से मेरा ताल्लुक़ है। अहमद सलीम साहब के साथ कोई गुज़श्ता 10-15 सालों से हमारा बहुत करीबी ताल्लुक़ रहा। पाकिस्तान की मादरी ज़बानों का अदबी मेला हम इंडस कल्चरल फोरम की जानिब से मुनक़िद कराते हैं। उसमें अहमद सलीम साहब पंजाबी की नुमाइंदगी तो करते ही रहे हैं, हमेशा से करते आए हैं, लेकिन हमें जब भी किसी ज़बान की नुमाइंदगी की बात होती तो अहमद सलीम साहब कहते थे कि जी मैं इस ज़बान का नुमाइंदा हूँ। तो पाकिस्तान भर के जितने भी मज़लूम कौमें, जितने भी मज़लूम ज़बानें, जितने भी मज़लूम अवाम और अक़वाम हैं, उन सब की नुमाइंदगी उन्होंने अपने सर पे ली हुई थी, और आखिरी दम तक वो तमाम लोगों के बराबर यकसां हुकूक़ की बात करते रहे। और पाकिस्तान में ख़ास तौर पे लसानी और सकाफ़ती तनव्वुर के बारे में जितना काम उन्होंने किया है, शायद वो हमारे बड़े बड़े इदारे भी आज तक नहीं कर सके हैं। अहमद सलीम साहब ने 78 सालों की उम्र में कोई 150-200 सालों की उम्र जितना काम किया है, और हमें खुशी है कि उनका जितना भी काम है वो हमारे दरमियान रहेगा। इंसानों ने तो ज़रूर आना होता है, फिर जाना होता है, लेकिन जो काम वो करके गए हैं वो शायद हमारे साथ सदियों तक ज़िंदा रहेगा। थैंक यू। जी, अहमद सलीम साहब के इंतकाल से एक जो अहद है उसका अख्तिताम हुआ है। दूसरे लफ्ज़ों में ये भी कह सकते हैं कि उसका अख्तिताम नहीं हुआ। बहुत सारा काम जो है वो जो करके गए हैं, वो अपनी 78 साल की उम्र में उन्होंने जो काम किया वो 1 सदी 1.5 सदी का काम है। और बहुत से तसानीफ़ हैं जो अभी बाकी हैं, जो उन्होंने आधी में छोड़ी थी, और उन्होंने लिखना था बहुत। तो ये सारा काम जो है उनका हमारे लिए, हमारे आने वाली नस्लों के लिए बहुत कारआमद है, और हमारे आने वाली नस्लें जो है वो बहुत मुस्तफ़ीद भी होंगी। अमन सलीम साहब से कल हमारी मुलाकात हुई थी। मैं और हमारे दोस्त दूसरे हम उनके राजगाह पे गए थे, उनसे मुलाकात हुई, उन्होंने हमें पहचाना, हमें देखा, और मुस्कुराहटों से हमारा जो है वो खैर मक़दम किया। अल्लाह उनको गरीक़ रहमत करे। अहमद सलीम साहब एक पंजाबी राइटर होने के नाते वो सारी ज़बानों को अपनी महबूब ज़बानें समझते थे, और सारी ज़बानों की नुमाइंदगी करते थे। इंडस कल्चर फोरम में जो है कि उनका आना और हर उस मेले में उनका मौजूद होना हमारे लिए बायस इफ्तिखार भी था, और बायस जो शफ़क़त है वो भी था। हमारी जो चीज़ें थीं काफ़ी उनको मटेरियलाइज़ करना, उन पे बात करना, और उन पे एक नक़ाद की हैसियत से तनकीद करना और हमें समझाना हमारे मेंटर थे, और हम बहुत गमज़दा हैं।